ਦਿੱਤਾ ਹੋਇਆ same closed interval AB to Rn, that is a curve such that f dash is continuous on the closed interval. Function ਦਾ derivative ਕਹਿੰਦੇ ਕੀ ਹੈ, continuous ਹੈ closed interval ਦੇ। then ਕਹਿੰਦੇ f is rectifiable and ਉਹਦੀ ਜੋ ਵੀ length ਹੋਊਗੀ ਉਹ ਕਿਹਦੇ equal a to b f dash t ਦਾ modulus into dt। ठीक है कि अगर तुसी किसी भी फंक्शन की लेंथ कैलकुलेट करनी है तो आप डायरैक्ट की करांगे, जो भी फंक्शन दिता हो ओदा डेरिवेटिव कढ के ओदा मॉड कैलकुलेट कर लो, दैन इस इंटैग्रल नु सॉल्व करके अपने कोले लेंथ आ जाएगी की बनदी है। ठीक है, हुण नाउ प्रूफ है। प्रूफ दे लिए फर्स्ट ऑफ ऑल तो आपां नूं पता आपां पार्टीशन ही सपोज करनी हुंदी है। तो आपां p फंक्शन सपोज हो p लेता, दैट इज द पार्टीशन ऑफ द क्लोज्ड इंटरवल a b, तो ओनू n पार्ट्स च डिवाइड कीता। ਹੁਣ ਆਪਾਂ ਇਕੁਐਲਿਟੀ ਪ੍ਰੂਵ ਕਰਨੀ ਹੈ ਤਾਂ ਆਪਾਂ ਦੋ ਚੀਜ਼ਾਂ ਬਣਾਵਾਂਗੇ। ਪਹਿਲਾਂ ਲੈਫਟ ਹੈਂਡ ਸਾਈਡ ਸ਼ੋ ਕਰ ਦੋਗੇ ਲੈਸ ਦੈਨ ਇਕੁਅਲ ਟੂ ਰਾਈਟ ਹੈਂਡ ਸਾਈਡ ਹੈ, ਫਿਰ ਆਪਾਂ ਸ਼ੋ ਕਰ ਦਾਂਗੇ ਰਾਈਟ ਹੈਂਡ ਸਾਈਡ ਇਜ਼ ਲੈਸ ਦੈਨ ਇਕੁਅਲ ਟੂ ਲੈਫਟ ਹੈਂਡ ਸਾਈਡ, ਤਾਂ ਉੱਥੋਂ ਆਪਣੇ ਕੋਲ ਇਕੁਐਲਿਟੀ ਬਣ ਜਾਏਗੀ। ਤਾਂ ਫਸਟ ਆਫ ਆਲ ਆਪਾਂ ਕੀ ਬਣਾਇਆ, f of ti ਮਾਈਨਸ f of ti ਮਾਈਨਸ 1 ਦਾ ਮੋਡੂਲਸ ਕੈਲਕੂਲੇਟ ਕੀਤਾ, ਕਿਉਂਕਿ ਲੈਂਥ ਕੈਲਕੂਲੇਟ ਕਰਨ ਦੇ ਲਈ ਆਹੀ ਚੀਜ਼ ਕੈਲਕੂਲੇਟ ਕਰਨੀ ਪੈਂਦੀ ਹੈ, ਸਮੀਸ਼ਨ ਆਫ ਦਿਸ ਟਰਮ। ਪਹਿਲਾਂ ਪਾਰਟ ਟਰਮ ਕੈਲਕੂਲੇਟ ਕਰ ਲਾਂਗੇ, ਦੈਨ ਇਹਦਾ ਸਮੀਸ਼ਨ ਅਪਲਾਈ ਕਰ ਦਾਂਗੇ। तो f of ti minus f of ti minus 1 ਦਾ ਮੋਡ। ਹੁਣ ਤੁਹਾਨੂੰ ਪਤਾ f of t ਬਣ ਜਾਏਗਾ ਫੰਕਸ਼ਨ, ਕਿਉਂਕਿ ਡੈਰੀਵੇਟਿਵ ਖਤਮ ਹੋ ਜਾਏਗਾ ਨਾ ਇੰਟੈਗਰਲ ਦੇ ਨਾਲ। ਤਾਂ f of t ਆ ਗਿਆ, ਫਿਰ ਅਪਰ ਲਿਮਿਟ ਪੁੱਟ ਕਰੋਗੇ ਮਾਈਨਸ ਲੋਅਰ ਲਿਮਿਟ ਸਬਸਟੀਟਿਊਟ ਕਰਾਂਗੇ ਤਾਂ ਸੇਮ ਉਹ ਚੀਜ਼ ਬਣ ਜੂਗੀ। ਹੁਣ ਤੁਸੀਂ ਰੇਮਨ ਇੰਟੈਗਰਲ ਚੈਪਟਰ ਕੀਤਾ ਹੋਇਆ, ਉਹਦੇ ਵਿੱਚ ਤੁਸੀਂ ਆ ਰਿਜ਼ਲਟ ਵੀ ਕੀਤਾ ਹੋਇਆ। ਅਗਰ ਸਾਰੇ ਇੰਟੈਗਰਲ ਦਾ ਮੋਡ ਆ ਜੇ ਤਾਂ ਲੈਸ ਦੈਨ ਇਕੁਅਲ ਟੂ ਕੀ ਹੋ ਜਾਂਦਾ, ਮੋਡ ਅੰਦਰ ਚਲਾ ਜਾਂਦਾ ਹੁੰਦਾ ਆਪਣੇ ਕੋਲੇ ਫੰਕਸ਼ਨ ਕੋਲ। ठीक है, तो अपने को आई इनइक्वालिटी बच गई ना। हुण आपां समीशन अप्लाई कर दांगे आई फ्रॉम 1 to n, मतलब या तुसीं ऐं कह सकदे हो प्रीवियस इक्वेशन दे विच आई नूं पहला 1 पुट कर दो, फिर 2 3 अप टू n तक के सारियां नूं ऐड कर दो, या डायरैक्ट ही दोनों साइड समीशन अप्लाई कर दो फ्रॉम 1 to n। ठीक है, किवें भी कर सकदे हो। तो लैफ्ट साइड ते जदों ऐड करोगे सारियां टर्म्स नूं तुहाडे कोले बन जाएगा समीशन आई वेरीज फ्रॉम 1 to n f of ti minus f of ti minus 1 ਦਾ ਮੋਡਲ। ਹੁਣ ਰਾਈਟ ਸਾਈਡ ਤੇ ਦੇਖੋ, ਰਾਈਟ ਸਾਈਡ ਤੇ ਅਗਰ ਤੁਸੀਂ ਸਾਰਿਆਂ ਨੂੰ ਐਡ ਕਰੋਗੇ ਕਹਿੰਦੇ ਹੋ ਇੰਟੈਗਰਲ ਬਣ ਜਾਏਗਾ ਫਰੋਮ a to b। ਉਹ ਕਿਵੇਂ, ਅਗਰ ਤੁਸੀਂ i ਨੂੰ 1 ਸਬਸਟੀਟਿਊਟ ਕਰੋਗੇ ਤਾਂ ਤੁਹਾਡਾ ਇੰਟੈਗਰਲ ਕਿੱਥੋਂ ਸਟਾਰਟ ਹੋ ਜਾਏਗਾ, t0 ਤੋਂ ਲੈ ਕੇ t1 ਤੱਕ। ਠੀਕ ਹੈ, फिर तुसी आई नू 2 पुट करना है, अगर 2 पुट करोगे फिर अपना की बन जाएगा t1 तो लेके t2। पहला वाला की बनया सी t0 तो t1, नेक्स्ट वाला बन जाऊगा t1 तो t2, फिर t2 to 3 t3, लास्ट वाला की बन जाऊगा tn minus 1 to tn। ਤੇ ਤੁਹਾਨੂੰ ਪਤਾ ਹੈ ਐਡੀਟਿਵ ਪ੍ਰੋਪਰਟੀ ਇੰਟੈਗਰਲ ਚ ਹੋਲਡ ਕਰਦੀ ਹੁੰਦੀ ਹੈ, प्लस b2 ਲਿਖ ਸਕਦੇ n ਤੱਕ। ਤੇ t0 ਆਪਾਂ ਨੂੰ ਪਤਾ a ਦੇ ਇਕੁਅਲ ਹੈ ਤੇ tn ਪੁਆਇੰਟ ਕਿਹਦੇ ਇਕੁਅਲ ਹੈ b ਦੇ। ਤਾਂ ਰਾਈਟ ਸਾਈਡ ਤੇ ਜਦੋਂ ਸਾਰਿਆਂ ਨੂੰ ਐਡ ਕਰੋਗੇ ਆਪਣੇ ਕੋਲ ਇੰਟੈਗਰਲ ਬਣ ਜਾਏਗਾ ਫਰੋਮ a to b mod of f dash t into dt। ਕੋਲੇ ਲੈਫਟ ਸਾਈਡ ਤੇ ਜਿਹੜਾ ਸਮੀਸ਼ਨ ਪਿਆ ਇਕੁਅਲ ਟੂ ਆ ਗਿਆ ਸਾਈਡ ਵਾਲੇ ਵਾਲਾ ਹੈ, ਉਹਦੀ ਆਪਾਂ ਕੀ ठीक है, तो आप नोटेशन यूज करती। ਹੁਣ ਆਪਾਂ ਸੁਪਰੀਮਮ ਲੈ ਲਾਂਗੇ ਕਿ ਅਗਰ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਤੋਂ ਲੈਸ ਹੈ ਤਾਂ ਲੈਫਟ ਹੈਂਡ ਸਾਈਡ ਦਾ ਜਿਹੜਾ ਸੁਪਰੀਮਮ ਹੋਊਗਾ ਉਹ ਵੀ ਰਾਈਟ ਹੈਂਡ ਸਾਈਡ ਤੋਂ ਲੈਸ ਹੋਊਗਾ। ਠੀਕ ਹੈ, ਕਿਉਂਕਿ ਸਾਰੀਆਂ ਪਾਰਟੀਸ਼ਨਸ ਦੇ ਲਈ ਆਪਣੇ ਕੋਲੇ ਸੇਮ ਰਿਜ਼ਲਟ ਬਣੂਗਾ। ਤਾਂ ਹੁਣ ਲੈਫਟ ਹੈਂਡ ਸਾਈਡ ਦਾ ਜਦੋਂ ਸੁਪਰੀਮਮ ਪਿਕ ਕਰੋਗੇ ਤਾਂ ਉਹ ਸੁਪਰੀਮਮ ਕਿਹਦੇ ਇਕੁਅਲ ਹੁੰਦਾ ਹੈ, ਲੈਂਥ ਆਫ ਦੀ ਫੰਕਸ਼ਨ ਰੈਕਟੀਫੀਏਬਲ ਵਾਲੀ ਲੈਂਥ ਆ ਜਾਊਗੀ। ਤਾਂ ਉਹ ਕੀ ਬਣ ਜਾਊਗਾ, p ਦੀ ਜਗ੍ਹਾ ਤੇ ਬਸ ਆਪਣੇ ਕੋਲੇ ਇੰਟਰਵਲ ਆ ਜਾਊਗਾ a b। ठीक है, तो राइट हैंड साइड अपनी एज इट इज ही रहेगी, तो ये अपने को फर्स्ट इक्वेशन बन जाएगी। आपको फंक्शन दिता होया कि ये कंटीन्यूअस है, फंक्शन दा डेरिवेटिव गिवन सी दैट इज कंटीन्यूअस ऑन क्लोज्ड इंटरवल ए बी। तो हुण आपां कंटीन्यूटी दी कंडीशन अप्लाई करांगे। तो हुण अगर फंक्शन दा डेरिवेटिव कंटीन्यूअस हैगा उस इंटरवल ए बी दे विच, then that function is also uniformly continuous on ए बी इंटरवल। ਹੁਣ ਕੰਟੀਨਿਊਟੀ ਤੇ ਯੂਨੀਫਾਰਮ ਕੰਟੀਨਿਊਟੀ 'ਚ ਕੀ ਡਿਫਰੈਂਸ ਹੈ, ਕੰਟੀਨਿਊਟੀ ਦੇ ਵਿੱਚ ਜੋ ਵੀ ਆਪਣੇ ਕੋਲੇ ਕੰਡੀਸ਼ਨ ਹੁੰਦੀ ਹੈ ਡੈਲਟਾ ਹੁੰਦਾ, ਉਹ ਐਪਸਾਈਲਨ ਤੇ ਐਕਸ ਦੋਨਾਂ ਤੇ ਡਿਪੈਂਡ ਕਰਦਾ ਹੁੰਦਾ। ਤੁਸੀਂ ਐਡਵਾਂਸ ਕੈਲਕੂਲਸ ਕੀਤਾ ਹੋਣਾ ਡੈਲਟਾ ਨੂੰ ਇਨ ਟਰਮਸ ਆਫ ਐਪਸਾਈਲਨ।
ठीक है। ਤਾਂ ਕੰਟੀਨਿਊਟੀ ਦੇ ਕੇਸ ਜਿਹੜਾ ਆਪਣਾ ਡੈਲਟਾ ਜੋ ਵੀ ਤੁਸੀਂ ਕੈਲਕੂਲੇਟ ਕਰਦੇ ਹੋ ਫਾਈਂਡ ਆਊਟ ਕਰਦੇ ਹੋ ਐਪਸਾਈਲਨ ਤੇ ਐਕਸ ਦੋਨਾਂ ਤੇ ਡਿਪੈਂਡ ਕਰਦਾ ਹੁੰਦਾ ਬਟ ਯੂਨੀਫਾਰਮਲੀ ਕੰਟੀਨਿਊਟੀ ਦੇ ਵਿੱਚ ਜਿਹੜਾ ਡੈਲਟਾ ਹੁੰਦਾ ਉਹ ਜਸਟ ਐਪਸਾਈਲਨ ਤੇ ਡਿਪੈਂਡ ਕਰਦਾ ਉਹਨੂੰ ਪੁਆਇੰਟ ਨਾਲ ਕੋਈ ਮਤਲਬ ਨਹੀਂ ਹੁੰਦਾ ਪੁਆਇੰਟ ਕੋਈ ਮਰਜ਼ੀ ਆਵੇ ਠੀਕ ਹੈ ਤੇ ਡੈਲਟਾ ਹਮੇਸ਼ਾ ਐਪਸਾਈਲਨ ਤੇ ਡਿਪੈਂਡ ਕਰੂ ਦੋਨਾਂ ਤੇ ਡਿਫਰੈਂਸ ਜਸਟ ਆਹੀ ਹੁੰਦਾ ਤਾਂ ਹੁਣ ਅਗਰ ਫੰਕਸ਼ਨ ਦਾ ਡੈਰੀਵੇਟਿਵ ਕੰਟੀਨਿਊਅਸ ਹੈ ਕਲੋਜ਼ਡ ਇੰਟਰਵਲ ਦੇ ਵਿੱਚ then ਉਸ ਇੰਟਰਵਲ ਦੇ ਵਿੱਚ ਫੰਕਸ਼ਨ ਯੂਨੀਫਾਰਮਲੀ ਕੰਟੀਨਿਊਸ ਵੀ ਹੋਊਗਾ ਨਾ ਹੁਣ ਆਪਾਂ ਡੈਫੀਨੇਸ਼ਨ ਅਪਲਾਈ ਕਰ ਦਾਂਗੇ ਯੂਨੀਫਾਰਮ ਕੰਟੀਨਿਊਟੀ ਦੀ ਉਹ ਤੁਸੀਂ ਆਟੋਮੈਟਿਕਲੀ ਆਈ ਥਿੰਕ ਕੀਤੀ ਹੋਈ ਹੈ ਠੀਕ ਹੈ ਕਿ ਅਗਰ s ਤੇ t ਦਾ ਡਿਫਰੈਂਸ ਲੈਸ ਦੈਨ ਡੈਲਟਾ ਆ ਰਿਹਾ then f dash of s ਤੇ f dash of t ਦਾ ਡਿਫਰੈਂਸ ਕੀ ਆ ਜਾਊਗਾ ਲੈਸ ਦੈਨ ਐਪਸਾਈਲਨ ਇੱਥੇ ਆਪਾਂ ਡੈਸ਼ ਯੂਜ਼ ਕਰਾਂਗੇ ਕਿਉਂਕਿ ਡੈਰੀਵੇਟਿਵ ਦੀ ਕੰਟੀਨਿਊਟੀ ਦੀ ਗੱਲ ਕੀਤੀ ਹੈ ਫੰਕਸ਼ਨ ਦੀ ਕੰਟੀਨਿਊਟੀ ਦੀ ਗੱਲ ਨਹੀਂ ਕੀਤੀ ਹੋਈ ਠੀਕ ਹੈ ਤਾਂ ਤੇ f ਦੀ ਜਗ੍ਹਾ ਤੇ ਤੁਹਾਡੇ ਕੋਲੇ f ਡੈਸ਼ ਆਊਗਾ ਬਿਕਾਜ਼ ਆਪਾਂ ਨੂੰ ਡੈਰੀਵੇਟਿਵ ਵਾਲਾ ਫੰਕਸ਼ਨ ਗਿਵਨ ਹੈ that is continuous ਠੀਕ ਹੈ ਤੇ ਜਸਟ ਆਪਾਂ ਕੰਟੀਨਿਊ ਯੂਨੀਫਾਰਮ ਕੰਟੀਨਿਊਟੀ ਦੀ ਡੈਫੀਨੇਸ਼ਨ ਅਪਲਾਈ ਕੀਤੀ ਹੈ ਹੁਣ ਨੈਕਸਟ ਆਪਾਂ ਸੇਮ ab ਇੰਟਰਵਲ ਦੀ ਪਾਰਟੀਸ਼ਨ ਲੈ ਲਈ ਵਿਦ norm of p less than delta ਤੇ norm of p ਤੁਹਾਨੂੰ ਸਭ ਨੂੰ ਪਤਾ ਹੀ ਹੈ ਕੀ ਹੁੰਦਾ ਉਹ ਆਪਾਂ ਰੇਮਨ ਇੰਟੈਗਰਲ ਚ ਬਿਲਕੁਲ ਸਟਾਰਟਿੰਗ ਚ ਡੈਫੀਨੇਸ਼ਨਸ ਕੀਤੀਆਂ ਸੀ ਨਾਓ ਨੈਕਸਟ ਕੀ ਹੈ ਕਹਿੰਦੇ f dash of t ਹੁਣ ਉੱਪਰ ਤੁਸੀਂ ਯੂਨੀਫਾਰਮ ਕੰਟੀਨਿਊਟੀ ਦੀ ਡੈਫੀਨੇਸ਼ਨ ਲਿਖੀ ਹੈ ਨਾ ਤਾਂ ਉਹ ਅਪਲਾਈ ਕਰਾਂਗੇ ਉਹ ਆਪਾਂ ਡੈਫੀਨੇਸ਼ਨ s ਤੇ t ਪੁਆਇੰਟ ਤੇ ਅਪਲਾਈ ਕੀਤੀ ਸੀ ਇੱਥੇ ਆਪਾਂ ਪੁਆਇੰਟ ਕੀ ਲੈ ਲਏ t ਤੇ xi ਠੀਕ ਹੈ ਕਿ ਅਗਰ t ਤੇ xi ਦਾ ਡਿਫਰੈਂਸ ਲੈਸ ਦੈਨ ਡੈਲਟਾ ਹੈਗਾ then f dash of t ਤੇ f dash of xi ਇਹਨਾਂ ਦਾ ਡਿਫਰੈਂਸ ਕੀ ਹੋ ਜਾਏਗਾ ਲੈਸ ਦੈਨ ਐਪਸਾਈਲਨ ਉਹ ਆਪਾਂ ਉੱਪਰ ਪਹਿਲਾਂ ਹੀ ਕਹਿਤਾ ਕਿ norm of p less than delta ਠੀਕ ਹੈ ਮਤਲਬ ਪੁਆਇੰਟਸ ਦਾ ਜੋ ਵੀ ਡਿਫਰੈਂਸ ਆਊਗਾ ਉਹ ਡਿਫਰੈਂਸ ਆਪਣਾ ਕੀ ਹੋਊਗਾ ਲੈਸ ਦੈਨ ਡੈਲਟਾ ਹੋਊਗਾ ਠੀਕ ਹੈ ਕਿ ਜੋ ਵੀ ਤੁਹਾਡੇ ਸਬ ਇੰਟਰਵਲਸ ਬਣਨਗੇ ਜਿਵੇਂ x0 x1 ਦਾ ਡਿਫਰੈਂਸ ਆ ਗਿਆ x1 x2 ਦਾ ਡਿਫਰੈਂਸ ਆ ਗਿਆ ਸਾਰੇ ਪੁਆਇੰਟਸ ਦਾ ਡਿਫਰੈਂਸ ਕੀ ਹੋਊਗਾ ਡੈਲਟਾ ਤੋਂ ਲੈਸ ਹੋਊਗਾ ਤਾਂ ਹੁਣ ਇੱਥੇ ਆਪਾਂ ਯੂਨੀਫਾਰਮ ਕੰਟੀਨਿਊਟੀ ਅਪਲਾਈ ਕੀਤੀ ਹੈ t ਤੇ xi ਪੁਆਇੰਟ ਤੇ ਤਾਂ ਅਗਰ t ਤੇ xi ਦਾ ਡਿਫਰੈਂਸ ਆਬਵੀਅਸ ਹੈ ਲੈਸ ਦੈਨ ਡੈਲਟਾ ਹੈਗਾ then f dash t ਤੇ f dash xi ਦਾ ਮੋਡ ਕੀ ਹੋ ਜਾਊਗਾ ਲੈਸ ਦੈਨ ਐਪਸਾਈਲਨ ਇੱਥੇ ਅਪਲਾਈ ਕੀਤਾ a minus b ਦਾ ਮੋਡ a ਦਾ ਮਤਲਬ ਇੱਥੇ ਮੈਂ f dash t ਦੀ ਗੱਲ ਕਰ ਰਹੀ ਹਾਂ b ਦਾ ਮਤਲਬ f dash xi ਦੀ ਠੀਕ ਹੈ ਤਾਂ a minus b ਦਾ ਮੋਡ ਦੇਖੋ ਗ੍ਰੇਟਰ ਦੈਨ ਇਕੁਅਲ ਟੂ ਲਿਖਿਆ ਹੋਇਆ ਮੋਡ ਆਫ f dash t minus ਮੋਡ ਆਫ f dash of xi ਠੀਕ ਹੈ ਤੇ ਰਾਈਟ ਹੈਂਡ ਸਾਈਡ ਜੋ ਵੀ ਤੁਹਾਡੀ ਬਣੀ ਹੈ ਉਹ ਤਾਂ ਕੀ ਪਲੱਸ ਹੈ ਐਪਸਾਈਲਨ ਤੋਂ ਆਪਾਂ ਹੁਣੇ ਯੂਨੀਫਾਰਮ ਕੰਟੀਨਿਊਟੀ ਦੀ ਕੰਡੀਸ਼ਨ ਲਿਖੀ ਹੈ ਤਾਂ ਉੱਥੇ ਤੁਸੀਂ ਮੋਡ ਆਫ f dash t ਦੀ ਵੈਲਿਊ ਕੈਲਕੂਲੇਟ ਕਰ ਲਓ ਕੀ ਬਣਦੀ ਹੈ ਆਪਣੇ ਕੋਲੇ f dash t ਕੀ ਆ ਗਿਆ that is less than f dash of xi plus epsilon ਤੁਸੀਂ ਕੀ ਕਰੋਗੇ ਦੋਨੋਂ ਸਾਈਡ ਇੰਟੈਗਰਲ ਅਪਲਾਈ ਕਰ ਦੋ from xi minus 1 to xi ਤਾਂ ਲੈਫਟ ਹੈਂਡ ਸਾਈਡ ਤੇ ਇੰਟੈਗਰਲ ਆ ਗਿਆ from xi minus 1 to xi is less than integral from xi minus 1 to xi same right side से ਆਪਾਂ ਅਪਲਾਈ ਕਰਤਾ ਠੀਕ ਹੈ ਹੁਣ ਜੇ ਤੁਸੀਂ ਰਾਈਟ ਹੈਂਡ ਸਾਈਡ ਨੂੰ ਸੋਲਵ ਕਰਨਾ ਸੋਲਵ ਵੀ ਕਰ ਸਕਦੇ ਹੋ ਕਿਉਂਕਿ f dash of xi ਦਾ ਮੋਡ ਹੈ ਇੰਟੈਗਰਲ ਆਪਾਂ t ਦੇ ਰਿਸਪੈਕਟ ਕਰ ਰਹੇ ਹਾਂ ਤਾਂ f dash of xi ਦਾ ਮੋਡ ਤਾਂ ਬਾਹਰ ਹੀ ਆ ਜਾਊਗਾ ਜੋ ਵੀ ਤੁਹਾਡੇ ਕੋਲ f dash xi ਹੈ ਉਹ ਟਰਮ ਤਾਂ ਬਾਹਰ ਹੀ ਆ ਜਾਊਗੀ ਅੰਦਰ ਤਾਂ 1 ਹੀ ਰਹਿ ਜਾਊਗਾ 1 ਦਾ ਇੰਟੈਗਰਲ ਕਰੋਗੇ ਵਿਦ ਰਿਸਪੈਕਟ ਟੂ t that is t ਫਿਰ ਅਪਰ ਲਿਮਿਟ ਪੁੱਟ ਕਰੋਗੇ ਕੀ ਬਣ ਜੂ xi xi 1 ਬਣ ਜਾਏਗਾ ਤੇ ਉਹ ਕਿਹਦੇ ਇਕੁਅਲ ਹੁੰਦਾ ਡੈਲਟਾ ਆਫ xi ਉਹਨੂੰ ਆਪਾਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ ਸੇਮ ਐਪਸਾਈਲਨ ਵਾਲਾ ਇੰਟੈਗਰਲ ਤੁਸੀਂ ਸੋਲਵ ਕਰ ਸਕਦੇ ਹੋ ਹੁਣ ਜਿਹੜੀ ਰਾਈਟ ਸਾਈਡ ਤੇ ਫਰਸਟ ਟਰਮ ਹੈਗੀ ਹੈ ਆਪਾਂ ਇੰਟੈਗਰਲ ਨੂੰ ਸੋਲਵ ਕਰਕੇ ਬਣਾਈ ਸੀ ਤੁਹਾਨੂੰ ਇੰਟੈਗਰਲ ਨੂੰ ਸੋਲਵ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੇ ਬੈਕ ਫਿਰ ਉਹੀ ਚੀਜ਼ ਬਣਾਤੀ ਦੇਖੋ ਤੁਸੀਂ ਫਰਸਟ ਟਰਮ ਕੀ ਬਣਾਈ ਸੀ ਜਦੋਂ ਦੋਨੋਂ ਸਾਈਡ ਇੰਟੈਗਰਲ ਅਪਲਾਈ ਕੀਤੇ ਸੀ xi minus 1 to xi mod of f dash xi into dt ਬਣਾਇਆ ਸੀ ਨਾ ਠੀਕ ਹੈ ਉਹਨੂੰ ਸੋਲਵ ਕਰਨ ਦੀ ਲੋੜ ਨਹੀਂ ਚਾਹੇ ਤੁਸੀਂ ਉਹਨੂੰ ਇੱਕ ਵਾਰੀ ਐਜ਼ ਇਟ ਇਜ਼ ਹੀ ਰੱਖ ਲਓ ਠੀਕ ਹੈ ਕੱਲਾ ਐਪਸਾਈਲਨ ਵਾਲਾ ਸੋਲਵ ਕਰ ਦਾਂਗੇ ਕਿਉਂਕਿ ਜਿਹੜਾ ਸੈਕੰਡ ਸਟੈਪ ਹੁਣ ਮੈਂ ਤੁਹਾਨੂੰ ਕਰਵਾ ਰਹੀ ਹਾਂ ਚੈੱਕ ਕਰੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜਾ f dash xi ਹੈ ਉਹਦੇ ਵਿੱਚ ਆਪਾਂ f dash t ਐਡ ਕਰਤਾ ਤੇ f dash t ਸਬਟ੍ਰੈਕਟ ਕਰਤਾ ਤੇ ਇੱਥੇ ਤੁਸੀਂ a plus b ਦਾ ਮੋਡ ਅਪਲਾਈ ਕਰ ਦਿਓ ਤਾਂ ਲੈਸ ਦੈਨ ਇਕੁਅਲ ਟੂ ਦੇਖੋ ਬਣ ਗਿਆ ਮੋਡ ਆਫ a ਪਲੱਸ ਮੋਡ ਆਫ b ਤਾਂ ਦੋਨੇ ਇੰਟੈਗਰਲ ਤੁਹਾਡੇ ਅਲੱਗ ਹੋ ਜਾਣਗੇ ਮੋਡ ਦੀ ਫਾਰਮ 'ਚ ਪਲੱਸ ਐਪਸਾਈਲਨ ਇਨਟੂ ਡੈਲਟਾ xi ਐਜ਼ ਇਟ ਇਜ਼ ਹੀ ਹੈ ਜਿਹੜਾ ਫਰਸਟ ਟਰਮ ਹੈ f dash of t ਵਾਲਾ ਇੰਟੈਗਰਲ ਹੈ ਉਹਨੂੰ ਸੋਲਵ ਕਰ ਲਓ
ਤੁਹਾਨੂੰ ਪਤਾ ਹੈ ਕਿਵੇਂ ਸੋਲਵ ਹੋਊਗਾ ਵਿਦ ਰਿਸਪੈਕਟ ਟੂ ਟੀ ਕਰਨਾ ਹੈ ਤੇ ਫੰਕਸ਼ਨ ਵੀ ਟੀ ਦਾ ਡੈਰੀਵੇਟਿਵ ਖਤਮ ਹੋ ਜਾਊਗਾ ਇੰਟੈਗਰਲ ਨਾਲ ਕੱਲਾ ਐਫ ਆਫ ਟੀ ਆ ਜਾਊਗਾ ਫਿਰ ਅਪਰ ਲਿਮਿਟ ਪੁੱਟ ਕਰੋਗੇ ਐਫ ਆਫ ਐਕਸ ਆਈ ਮਾਈਨਸ ਲੋਅਰ ਲਿਮਿਟ ਸਬਸਟੀਟਿਊਟ ਕਰੋਗੇ ਐਫ ਆਫ ਐਕਸ ਆਈ ਮਾਈਨਸ 1 ਜਸਟ ਸਿੰਪਲੀ ਕੈਲਕੂਲੇਸ਼ਨਸ ਹੀ ਆਪਣੇ ਕੋਲ ਤਾਂ ਜਿਹੜੀ ਸੈਕਿੰਡ ਟਰਮ ਹੈ ਐਫ ਡੈਸ਼ ਆਫ ਐਕਸ ਆਈ ਮਾਈਨਸ ਐਫ ਡੈਸ਼ ਆਫ ਟੀ ਇਹ ਤੇ ਆਪਾਂ ਯੂਨੀਫਾਰਮ ਕੰਟੀਨਿਊਟੀ ਦੀ ਡੈਫੀਨੇਸ਼ਨ ਅਪਲਾਈ ਕਰਾਂਗੇ ਉਹਦੇ ਅਕੋਰਡਿੰਗ ਇਸ ਟਰਮ ਦੀ ਵੈਲਿਊ ਕੀ ਹੁੰਦੀ ਹੈ ਲੈਸ ਦੈਨ ਐਪਸਾਈਲਨ ਤੇ ਇਹਦੀ ਜਗ੍ਹਾ ਤੇ ਕੀ ਆ ਜਾਊਗਾ ਲੈਸ ਦੈਨ ਐਪਸਾਈਲਨ ਠੀਕ ਹੈ ਲਾਸਟ ਵਾਲਾ ਪਾਰਟ ਤੁਹਾਡਾ ਐਜ਼ ਇਟ ਇਜ਼ ਹੀ ਪਿਆ ਹੁਣ ਜਿਹਦੀ ਜਗ੍ਹਾ ਤੇ ਤੁਸੀਂ ਲੈਸ ਦੈਨ ਐਪਸਾਈਲਨ ਲਿਖਿਆ ਉਹ ਵਾਲੇ ਇੰਟੈਗਰਲ ਨੂੰ ਸੋਲਵ ਕਰ ਲਓ ਉਹ ਵੀ ਤੁਹਾਡਾ ਬਣ ਜਾਊਗਾ ਐਪਸਾਈਲਨ ਇਨਟੂ ਡੈਲਟਾ ਆਫ ਐਕਸ ਆਈ ਤਾਂ ਐਡ ਕਰਕੇ ਤੁਹਾਡੇ ਕੋਲੇ ਬਣ ਗਿਆ 2 ਐਪਸਾਈਲਨ ਡੈਲਟਾ ਐਕਸ ਆਈ ਇਸ ਤੋਂ ਬਾਅਦ ਤਾਂ ਬਸ ਈਜ਼ੀ ਹੈ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਆਈ ਨੂੰ 1 2 3 ਅਪ ਟੂ ਐਨ ਪੁੱਟ ਕਰਕੇ ਸਾਰਿਆਂ ਨੂੰ ਐਡ ਕਰ ਦੋਗੇ ਜਿਵੇਂ ਤੁਸੀਂ ਬਿਲਕੁਲ ਸਟਾਰਟਿੰਗ ਚ ਕੀਤਾ ਸੀ ਤਾਂ ਲੈਫਟ ਹੈਂਡ ਸਾਈਡ ਤੇ ਜਦੋਂ i ਨੂੰ 1 2 3 ਅਪ ਟੂ ਐਡ ਕਰੋਗੇ ਸਾਰਿਆਂ ਨੂੰ ਤਾਂ ਤੁਹਾਡਾ ਇੰਟੈਗਰਲ ਬਣ ਜਾਊਗਾ ਫਰੋਮ a to b ਠੀਕ ਹੈ ਉਹ ਤੁਹਾਨੂੰ ਪਹਿਲਾਂ ਵਾਲੀ ਇਨਇਕੁਐਲਿਟੀ ਦੇ ਵਿੱਚ ਵੀ ਦੱਸਿਆ ਸੀ ਤੇ ਲੈਸ ਦੈਨ ਇਕੁਅਲ ਟੂ ਸੇਮ ਰਾਈਟ ਸਾਈਡ ਤੇ ਤੁਸੀਂ i ਨੂੰ 1 2 3 ਅਪ ਟੂ ਐਂਡ ਕਰਕੇ ਪੁੱਟ ਕਰਕੇ ਜਦੋਂ ਐਡ ਕਰੋਗੇ ਉਹ ਸਮੀਸ਼ਨ ਬਣ ਜਾਏਗਾ f of xi minus f of xi minus 1 ਦਾ ਮੋਡ ਤੇ ਪਲੱਸ ਕੀ ਆ ਗਿਆ 2 ਐਪਸਾਈਲਨ ਇਨਟੂ ਡੈਲਟਾ ਆਫ xi ਦਾ ਸਮੀਸ਼ਨ ਕਰਨਾ ਤੇ ਡੈਲਟਾ ਆਫ xi ਦਾ ਸਮੀਸ਼ਨ ਤੁਹਾਨੂੰ ਪਤਾ ਕਿਹਦੇ ਇਕੁਅਲ ਹੁੰਦਾ ਹੈ b minus a ਦੇ ਜਿਹੜੀ ਰਾਈਟ ਸਾਈਡ ਤੇ ਸਮੀਸ਼ਨ ਵਾਲੀ ਟਰਮ ਹੈ ਉਹਨੂੰ ਨੋਟੇਸ਼ਨ ਦੀ ਫਾਰਮ 'ਚ ਲਿਖਤਾ ਆਪਾਂ ਕਿ ਪੋਲੀਗਨ ਦੀ ਲੈਂਥ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਉਹ ਚੀਜ਼ ਲਿਖਤੀ ਫਿਰ ਸੇਮ ਸੁਪਰੀਮਮ ਅਪਲਾਈ ਕਿ ਲੈਫਟ ਸਾਈਡ ਦਾ ਸੁਪਰੀਮਮ ਕਰੋਗੇ ਉਹ ਤਾਂ ਕਾਂਸਟੈਂਟ ਹੀ ਆ ਜਾਊਗਾ ਕਿਉਂਕਿ ਫੰਕਸ਼ਨ ਦਾ ਮੈਗਨੀਟਿਊਡ ਕਰਕੇ ਬਾਅਦ ਚ ਤੁਸੀਂ b ਤੇ a ਪੁੱਟ ਕਰਨਾ ਤਾਂ ਉਹ ਵੈਲਿਊ ਤਾਂ ਕੁਝ ਨਾ ਕੁਝ ਕਾਂਸਟੈਂਟ ਹੀ ਆ ਜਾਊਗੀ ਨਾ ਤਾਂ ਜਸਟ ਰਾਈਟ ਸਾਈਡ ਦਾ ਸੁਪਰੀਮਮ ਅਪਲਾਈ ਕਰ ਦਿਓ ਕਿਉਂਕਿ ਰਾਈਟ ਸਾਈਡ ਤੇ ਜਿਹੜੀ p ਪਾਰਟੀਸ਼ਨ ਆ ਉਹ ਤੁਹਾਡੀ ਵੇਰੀ ਕਰ ਰਹੀ ਹੈ ਠੀਕ ਹੈ ਉਹਦੀ ਆਪਾਂ ਰਿਫਾਈਨਮੈਂਟ ਬਣਾਵਾਂਗੇ ਨਾ ਉਹਦੇ ਅਕੋਰਡਿੰਗ ਹਰ ਇੱਕ ਤੁਹਾਡੇ ਕੋਲੇ ਸਮੀਸ਼ਨ ਦੀਆਂ ਵੈਲਿਊਜ਼ ਡਿਫਰੈਂਟ ਆਣਗੀਆਂ ਤਾਂ ਰਾਈਟ ਸਾਈਡ ਤੇ ਜੋ ਵੀ ਤੁਹਾਡੇ ਕੋਲੇ ਆਹ ਬਣੀ ਹੋਈ ਹੈ ਪੋਲੀਗਨ ਦੀ ਲੈਂਥ ਉਹਦਾ ਸੁਪਰੀਮਮ ਅਪਲਾਈ ਕਰਤਾ ਪਲੱਸ 2 ਐਪਸਾਈਲਨ b ਮਾਈਨਸ a ਉਹ ਵੀ ਕਾਂਸਟੈਂਟ ਹੀ ਹੈ ਤਾਂ ਉਹ ਵੀ ਆਪਾਂ ਐਜ਼ ਇਟ ਇਜ਼ ਹੀ ਰੱਖ ਲਿਆ ਤਾਂ ਜਦੋਂ ਪੋਲੀਗਨ ਦੀ ਲੈਂਥ ਦਾ ਸੁਪਰੀਮਮ ਅਪਲਾਈ ਕੀਤਾ ਤਾਂ ਉਹ ਕੀ ਬਣ ਗਿਆ ਤੁਹਾਡੇ ਕੋਲ f ਆਫ ab ਬਣ ਗਿਆ ਆ ਨੋਟੇਸ਼ਨ ਹੁੰਦੀ ਹੈ ਨਾ ਸੁਪਰੀਮਮ ਅਪਲਾਈ ਕਰਨ ਦੀ ਰੈਕਟੀਫੀਏਬਲ ਲੈਂਥ ਦੇ ਅਕੋਰਡਿੰਗ ਤਾਂ ਐਪਸਾਈਲਨ ਕੀ ਹੈ ਆਪਣੇ ਕੋਲ ਅਗਰ ਐਪਸਾਈਲਨ ਟੈਂਡਸ ਟੂ 0 ਕਰੀਏ ਕਿਉਂਕਿ ਐਪਸਾਈਲਨ ਆਪਾਂ ਨੂੰ ਪਤਾ ਹੈ ਵੈਰੀ ਸਮਾਲ ਵੈਲਿਊ ਹੁੰਦੀ ਹੈ ਤਾਂ ਜਦੋਂ ਤੁਸੀਂ ਐਪਸਾਈਲਨ ਟੈਂਡਸ ਟੂ 0 ਕਰੋਗੇ ਤੁਹਾਡੇ ਕੋਲ ਐਪਸਾਈਲਨ ਵਾਲੀ ਟਰਮ ਤਾਂ ਖਤਮ ਹੋ ਜਾਊਗੀ ਤਾਂ ਲੈਫਟ ਸਾਈਡ ਵਾਲਾ ਜਿਹੜਾ ਇੰਟੈਗਰਲ ਹੈ ਉਹ ਆ ਜਾਊਗਾ ਲੈਸ ਦੈਨ ਇਕੁਅਲ ਟੂ ਦੀ ਰੈਕਟੀਫੀਏਬਲ ਲੈਂਥ ਤਾਂ ਫਸਟ ਚ ਤੁਸੀਂ ਗ੍ਰੇਟਰ ਦੈਨ ਬਣਾਇਆ ਸੀ ਸੈਕੰਡ ਚ ਤੁਸੀਂ ਲੈਸ ਦੈਨ ਸ਼ੋ ਕਰਤਾ then from first and second we will get both are equal ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਇੱਕ ਕੁਐਸਚਨ ਦੱਸਦੀ ਹਾਂ ਕਿ ਆਪਾਂ ਤੁਸੀਂ ਕੈਲਕੂਲੇਟ ਕਿਵੇਂ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਪਲਾਈ ਕਰਨਾ ਵੀ ਆ ਜਾਏਗਾ ਉਹਦੇ ਲਈ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ 0 to 2 pi to r square ਠੀਕ ਹੈ ਫੰਕਸ਼ਨ ਦਿੱਤਾ ਹੈ 0 2 pi to ਲੈ ਕੇ r square ਫੰਕਸ਼ਨ ਤੁਹਾਨੂੰ ਡਿਫਾਈਨ ਕਰਕੇ ਦਿੱਤਾ ਹੋਇਆ f of t is equal to a cos t, b sin t ਠੀਕ ਹੈ ਤੁਸੀਂ ਸ਼ੋ ਕਰਨਾ ਹੈ ਕਿ ਫੰਕਸ਼ਨ ਕੀ ਹੈ ਰੈਕਟੀਫੀਏਬਲ ਹੈ ਤੇ ਉਹਦੀ ਲੈਂਥ ਕੈਲਕੂਲੇਟ ਕਰਨੀ ਹੈ ਲੈਂਥ ਕੈਲਕੂਲੇਟ ਕਰਨ ਦਾ ਆਪਾਂ ਹੁਣੀ ਫਾਰਮੂਲਾ ਕੀਤਾ ਕਿ ਕਿਵੇਂ ਲੈਂਥ ਕੈਲਕੂਲੇਟ ਕਰਨੀ ਹੈ ਹੁਣ ਫੰਕਸ਼ਨ ਤੁਹਾਨੂੰ ਦਿੱਤਾ a cos t b sin t ਉਹਦਾ ਡੈਰੀਵੇਟਿਵ ਕਰ ਦੋਗੇ ਡੈਰੀਵੇਟਿਵ ਤੁਹਾਨੂੰ ਆਈ ਥਿੰਕ ਕਰਨਾ ਆਂਦਾ ਹੀ ਹੋਊਗਾ ਉਹ ਬਣ ਜਾਊਗਾ -a sin t, b cos t ਤੇ ਇਹ ਫੰਕਸ਼ਨ ਆਪਣੇ ਕੋਲੇ ਕੰਟੀਨਿਊਸ ਫੰਕਸ਼ਨ ਹੈ ਇਨ 0 to 2 pi ਇੰਟਰਵਲ ਕੰਟੀਨਿਊਟੀ ਕਿਵੇਂ ਚੈੱਕ ਕਰੋਗੇ ਕਿ 0 to 2 pi ਇੰਟਰਵਲ ਦੇ ਵਿੱਚ ਹਰ ਇੱਕ ਪੁਆਇੰਟ ਤੇ ਤੁਹਾਡੇ ਕੋਲੇ f' ਦੀ ਵੈਲਿਊ ਆ ਜਾਏਗੀ ਨਾ ਕੋਈ ਐਂ ਤਾਂ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲੇ ਕੁਝ ਇਨਫਿਨਿਟੀ ਟਾਈਪ ਦਾ ਕੁਝ ਵੀ ਬਣ ਰਿਹਾ ਕਿਉਂਕਿ ਐਂਗਲਸ ਹੀ ਹੈ ਹਰ ਇੱਕ ਪੁਆਇੰਟ ਤੇ ਤੁਹਾਡੇ ਕੋਲੇ ਫੰਕਸ਼ਨ ਦੀਆਂ ਵੈਲਿਊਜ਼ ਐਗਜ਼ਿਸਟ ਕਰ ਜਾਣਗੀਆਂ ਕਿ ਅਗਰ ਫੰਕਸ਼ਨ ਦਾ ਡੈਰੀਵੇਟਿਵ ਕੰਟੀਨਿਊਸ ਹੈ then according to 14th theorem ਫੰਕਸ਼ਨ ਕੀ ਹੋ ਜਾਊਗਾ ਰੈਕਟੀਫੀਏਬਲ ਤੇ ਉਹਦੀ ਲੈਂਥ ਆਪਾਂ ਇਸ ਤਰੀਕੇ ਨਾਲ ਕੈਲਕੂਲੇਟ ਕਰਾਂਗੇ ਹੁਣੀ ਤੁਹਾਨੂੰ ਫਾਰਮੂਲਾ ਕੀਤਾ ਸੀ ਰਾਈਟ ਸਾਈਡ ਤੇ ਆਪਾਂ ਕੀਤਾ ਸੀ ਇੰਟੈਗਰਲ ਫਰਮ a to b a ਤੁਹਾਡਾ ਇੱਥੇ 0 ਹੈ b ਕਿੰਨਾ 2 ਪਾਈ ਅੰਦਰ ਹੈਗਾ ਸੀ ਮੋਡ ਆਫ f' t into dt ਠੀਕ ਹੈ ਹੁਣ ਫਸਟ ਕੰਪੋਨੈਂਟ ਦਾ ਸਕੁਅਰ ਪਲੱਸ ਸੈਕੰਡ ਕੰਪੋਨੈਂਟ ਦੇ ਸਕੁਅਰ ਦਾ ਸਕੁਅਰ ਰੂਟ ਕਰ ਦਿਓ ਤੁਹਾਡੇ ਕੋਲੇ ਡੈਰੀਵੇਟਿਵ ਦਾ ਮੈਗਨੀਟਿਊਡ ਆ ਜਾਏਗਾ ਠੀਕ ਹੈ ਜਿਵੇਂ ਕੰਪਲੈਕਸ ਟਰਮਸ ਦਾ ਤੁਸੀਂ ਕੱਢਦੇ ਹੁੰਦੇ ਸੀ ਨਾ ਰੀਅਲ ਪਾਰਟ ਦਾ ਸਕੁਅਰ ਇਮੇਜਿਨਰੀ ਪਾਰਟ ਦੇ ਸਕੁਅਰ ਦਾ ਸਕੁਅਰ ਰੂਟ ਉਵੇਂ ਆਪਾਂ ਵੈਕਟਰ ਦਾ ਕੱਢਦੇ ਬਸ ਇਹਨੂੰ ਸੋਲਵ ਕਰ ਲਓ ਸੋਲਵ ਕਰਕੇ ਜੋ ਵੀ ਵੈਲਿਊ ਆ ਗਈ that is the length of the rectifiable curve ਤਾਂ ਸਟੇਟਮੈਂਟ ਦੇਖੋ ਕੀ ਹੈ show that if f dash exists
ਕਿ ਫੰਕਸ਼ਨ ਦਾ ਡੈਰੀਵੇਟਿਵ ਐਗਜ਼ਿਸਟ ਕਰਦਾ ਐਂਡ ਇਜ਼ ਬਾਉਂਡਡ, ਕਿ ਫੰਕਸ਼ਨ ਦਾ ਡੈਰੀਵੇਟਿਵ ਕੀ ਹੈ, ਬਾਉਂਡਡ ਹੈ। ਠੀਕ ਹੈ, ਦੈਨ ਐਫ ਇਜ਼ ਆਫ ਬਾਉਂਡਡ ਵੇਰੀਏਸ਼ਨ, ਦੈਨ ਆਪਾਂ ਸ਼ੋ ਕਰਨਾ ਕਿ ਫੰਕਸ਼ਨ ਕੀ ਹੈ, ਬਾਉਂਡਡ ਵੇਰੀਏਸ਼ਨ ਦਾ ਹੈ। ਫੰਕਸ਼ਨ ਦਾ ਡੈਰੀਵੇਟਿਵ ਬਾਉਂਡਡ ਦਿੱਤਾ, ਬਾਉਂਡਡ ਦੀ ਡੈਫੀਨੇਸ਼ਨ ਅਪਲਾਈ ਕਰ ਦਾਂਗੇ ਕਿ ਮੋਡ ਆਫ ਐਫ ਡੈਸ਼ ਐਕਸ ਇਜ਼ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ m। ਠੀਕ ਹੈ, ਫॉर ਆਲ x ਦੇ ਲਈ, ਤੇ m ਆਪਾਂ ਨੂੰ ਪਤਾ ਹੈ ਕੀ ਹੋਊਗਾ, ਪੋਜ਼ਿਟਿਵ ਹੋਊਗਾ ਤੇ ਰੀਅਲ ਨੰਬਰ ਹੋਊਗਾ। ਫਿਰ ਆਪਾਂ ਪਾਰਟੀਸ਼ਨ ਅਪਲਾਈ ਕਰਤੀ ਕਲੋਜ਼ਡ ਇੰਟਰਵਲ a b ਦੀ, ਉਹ ਤਾਂ ਆਪਾਂ ਨੂੰ ਹਰ ਕਿਸ ਚੀਜ਼ 'ਚ ਲੈਣੀ ਹੀ ਪੈਂਦੀ ਹੈ। ਹੁਣ ਤੁਸੀਂ ਲੈਗਰੈਂਜ ਮੀਨ ਵੈਲਿਊ ਥਿਅਰਮ ਅਪਲਾਈ ਕੀਤੀ, ਉਹ ਤੁਹਾਨੂੰ ਪਤਾ ਕੀ ਹੁੰਦੀ ਹੈ, f of b ਮਾਈਨਸ f of a upon b minus a is less than equal to upon b minus a ਕਿਹਦੇ ਇਕੁਅਲ ਹੁੰਦਾ ਹੈ, into f dash c। ਠੀਕ ਹੈ, where c is the any point between the interval। b ਦੀ ਜਗ੍ਹਾ ਤੇ ਇੱਥੇ ਤੁਹਾਡੇ ਕੋਲ xi ਹੈ, a ਦੀ ਜਗ੍ਹਾ ਤੇ xi minus 1 ਹੈ, ਤਾਂ ਉਹੀ ਬਣ ਗਿਆ f of xi minus f of xi minus 1 ਦਾ ਮੋਡ upon ਚ b minus a ਕਰੋਗੇ, ਉਹ ਕਿੰਨਾ ਆ ਜਾਊਗਾ, xi minus xi minus 1 ਇਕੁਅਲ ਟੂ ਕੀ ਹੁੰਦਾ, f dash of c। ਠੀਕ ਹੈ, ਪਹਿਲਾਂ ਤਾਂ ਆਪਾਂ ਇਕੁਅਲ ਟੂ ਲਿਖ ਕੇ ਵੀ ਚੱਲ ਸਕਦੇ ਹੋ, ਤੇ f dash of c ਦੀ ਵੈਲਿਊ ਤੁਹਾਨੂੰ ਪਤਾ ਅਕੋਰਡਿੰਗ ਟੂ ਬਾਉਂਡਡ ਦੀ ਡੈਫੀਨੇਸ਼ਨ ਤੋਂ ਕੀ ਬਣ ਜੇਗੀ, ਲੈਸ ਦੈਨ ਇਕੁਅਲ ਟੂ m। ਤੇ ਇਹਨਾਂ ਨੇ ਡਾਇਰੈਕਟ ਹੀ ਕਰਤਾ ਕਿ ਦੈਟ ਦਿਸ ਟਰਮ ਇਜ਼ ਲੈਸ ਦੈਨ ਇਕੁਅਲ ਟੂ m। ਬਸ ਫਿਰ ਇਹਨੂੰ ਰਾਈਟ ਸਾਈਡ ਤੇ ਲੈ ਕੇ ਦੋਨੋਂ ਸਾਈਡ ਸਮੀਸ਼ਨ ਅਪਲਾਈ ਕਰ ਦਿਓ। ਠੀਕ ਹੈ, ਫਿਰ ਸੁਪਰੀਮਮ ਲੈ ਲਾਂਗੇ ਲੈਫਟ ਹੈਂਡ ਸਾਈਡ ਦਾ, ਕਿਉਂਕਿ ਰਾਈਟ ਸਾਈਡ ਤਾਂ ਕਾਂਸਟੈਂਟ ਟਰਮ ਹੀ ਹੈ, ਤੇ ਲੈਫਟ ਹੈਂਡ ਸਾਈਡ ਦਾ ਸੁਪਰੀਮਮ ਤੁਹਾਨੂੰ ਪਤਾ ਕਿਹਦੇ ਇਕੁਅਲ ਹੁੰਦਾ, ਟੋਟਲ ਵੇਰੀਏਸ਼ਨ ਦੇ। ਤਾਂ ਆਪਣੇ ਕੋਲੇ ਟੋਟਲ ਵੇਰੀਏਸ਼ਨ ਕੀ ਬਣ ਗਈ, ਲੈਸ ਦੈਨ ਇਕੁਅਲ ਟੂ m into b minus a which is less than infinity, ਕਿਉਂਕਿ ਕੁਛ ਨਾ ਕੁਛ ਫਾਈਨਾਈਟ ਕੁਆਂਟੀਟੀ ਆਊਗੀ ਨਾ, ਤੇ ਆਪਾਂ ਨੂੰ ਪਤਾ ਕਿ ਅਗਰ ਟੋਟਲ ਵੇਰੀਏਸ਼ਨ ਫਾਈਨਾਈਟ ਆ ਜੇ ਦੈਨ f ਫੰਕਸ਼ਨ ਕੀ ਹੁੰਦਾ, ਬਾਉਂਡਡ ਵੇਰੀਏਸ਼ਨ ਦਾ।